हाँ जी, गुरमुख प्यारे, वाਹਿਗੁਰੂ जी का खालसा वाਹਿਗੁਰੂ जी की फतेह। हाँ जी ਪਿਆਰਿਓ, ਆਪਾਂ ਨੂੰ ਇਤਿਹਾਸ ਵਿੱਚੋਂ, ਗੁਰਬਾਣੀ ਵਿੱਚੋਂ ਅਨੇਕਾਂ ਉਦਾਹਰਨਾਂ ਮਿਲਦੀਆਂ ਕਿ ਜਿਹੜੀ ਸਹੁੰ ਹੁੰਦੀ ਹੈ, ਕਸਮ ਹੁੰਦੀ ਹੈ, ਉਹ ਨਾ ਝੂਠੀ ਖਾਣੀ ਚਾਹੀਦੀ, ਨਾ ਸੱਚੀ ਖਾਣੀ ਚਾਹੀਦੀ। ਕਿਉਂਕਿ ਗੁਰਸਿੱਖ ਦਾ ਕਰਮ ਹੈ ਨਿਰਮਲ ਕਰਮ ਕਰਨੇ, ਚੋਰੀ ਜਾਰੀ ਠੱਗੀ ਇਹ ਛੱਡਣੇ, ਤੇ ਸਹੁੰ ਨਹੀਂ ਖਾਣੀ, ਚਾਹੇ ਉਹ ਝੂਠੀ ਹੋਵੇ ਚਾਹੇ ਸੱਚੀ ਹੋਵੇ। ਸੋ ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਵਿੱਚ ਇਸ ਸਹੁੰ ਬਾਰੇ ਜ਼ਿਕਰ ਆਉਂਦਾ ਹੈ ਕਿ ਜਦੋਂ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਹਿੰਦੂਆਂ ਦੀ ਰਾਖੀ ਵਾਸਤੇ, ਹਿੰਦੂਆਂ ਦੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਵਾਸਤੇ ਸਤਿਗੁਰੂ ਦਿੱਲੀ ਨੂੰ ਜਾਂਦੇ ਆ, ਜਾ ਕਰਕੇ ਗ੍ਰਿਫਤਾਰੀ ਦਿੰਦੇ ਆ ਆਪਣਾ ਸੀਸ ਦਾ ਬਲੀਦਾਨ ਦੇਣ ਵਾਸਤੇ। ਸਾਧ ਸੰਗਤ ਜੀ, ਆਪਾਂ ਜਾਣਦੇ ਹਾਂ ਜਦੋਂ ਸਤਿਗੁਰਾਂ ਨੂੰ ਇੱਕ ਦਿਨ ਪਹਿਲਾਂ ਔਰੰਗਜ਼ੇਬ ਨੇ ਸਿਪਾਹੀਆਂ ਨੂੰ ਕਹਿ ਕਰਕੇ ਇੱਕ ਭੂਤ ਹਵੇਲੀ ਹੈ ਦਿੱਲੀ ਵਿੱਚ, ਜਿੱਥੇ ਸਤਿਗੁਰਾਂ ਨੂੰ ਕੈਦ ਕਰਵਾਇਆ ਸੀ। ਸੋ ਉਹ ਭੂਤ ਹਵੇਲੀ ਜਦੋਂ ਉਸ ਵਿੱਚ ਸਤਿਗੁਰੂ ਜੀ ਨੂੰ ਕੈਦ ਕੀਤਾ ਗਿਆ ਤੇ ਸਾਰੇ ਸਿਪਾਹੀ ਔਰੰਗਾ, ਜੋ ਬੜੀ ਭੈੜੀ ਮੱਤ ਵਾਲਾ ਹੈ, ਸਤਿਗੁਰਾਂ ਇਤਿਹਾਸ ਵਿੱਚ ਕਵੀ ਚੂੜਾਮਣ ਸੰਤੋਖ ਸਿੰਘ ਜੀ ਲਿਖਦੇ ਆ ਕਿ ਬੜੀ ਭੈੜੀ ਮੱਤ ਵਾਲਾ, ਬੜਾ ਬੇਕੁਟੰਗਾ ਹੈ, ਜਿਸ ਨੂੰ ਕੋਈ ਢੰਗ ਨਹੀਂ ਹੈ। ਦੱਸਦੇ ਆ ਕਿ ਇਹ ਪੁੱਠੀਆਂ ਸੋਚਾਂ ਸੋਚ ਰਹੇ ਇਸ ਦੇ ਸਿਪਾਹੀ, ਇਹਦੇ ਅਹਿਲਕਾਰ ਤੇ ਔਰੰਗਾ ਕਿ ਹਜੇ ਤਾਂ ਦਿਨ ਹੈ, ਜਦੋਂ ਰਾਤ ਪਵੇਗੀ ਫਿਰ ਸਤਿਗੁਰਾਂ ਨੂੰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਤਾ ਲੱਗੇਗਾ ਕਿ ਭੂਤਾਂ ਦੀ ਹਵੇਲੀ ਵਿੱਚ ਕੀ ਭਾਣੇ ਵਾਪਰਦੇ ਆ। ਪਰ ਸਤਿਗੁਰਾਂ ਨੂੰ ਕੌਣ ਡਰਾਉਣ ਵਾਲਾ ਹੈ? ਸਤਿਗੁਰੂ ਤੇ ਨਿਰਭੈ ਹਨ। ਸਤਿਗੁਰਾਂ ਦੇ ਤਾਂ ਬਾਣੀ ਦੇ ਬਚਨ ਪੜ੍ਹ ਕਰਕੇ, ਨਾਮ ਜਪ ਕੇ ਜਿਹੜੀਆਂ ਪਾਪੀ ਰੂਹਾਂ ਉਹ ਨਿਰਭੈ ਹੋ ਜਾਂਦੀਆਂ। ਸਤਿਗੁਰੂ ਜੀ ਦਾ ਬਚਨ ਆ ਨਾ ਸ੍ਰੀ ਸੁਖਮਨੀ ਸਾਹਿਬ ਵਿੱਚ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਮਾਰੇ ਕਹਿੰਦੇ ਜਿਹੜਾ ਨਿਰਭਉ ਨੂੰ ਜਪ ਲੇ ਉਹ ਨਿਰਭੈ ਹੋ ਜਾਂਦਾ, ਉਹਦੇ ਸਾਰੇ ਡਰ ਮੁੱਕ ਜਾਂਦੇ। ਤੇ ਸਤਿਗੁਰਾਂ ਨੂੰ ਕੌਣ ਡਰਾ ਸਕਦਾ ਹੈ? ਰਹੋ ਵਿਚਾਰ, ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਭੂਤਾਂ ਵਾਲੀ ਹਵੇਲੀ ਵਿੱਚ ਕੈਦ ਸਨ ਤੇ ਜਦੋਂ ਰਾਤ ਹੋਈ, ਰਾਤ ਪਈ ਤੇ ਜਿਹੜਾ ਸਾਧ ਸੰਗਤ ਜੀ ਉੱਥੇ ਪ੍ਰੇਤ ਰਹਿੰਦਾ ਸੀ ਉਹ ਸਤਿਗੁਰਾਂ ਦੇ ਚਰਨੀ ਆ ਕੇ ਪਿਆ ਹੈ। ਕਿਉਂਕਿ ਸਤਿਗੁਰਾਂ ਤੋਂ ਤਾਂ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੈ। ਉਹ ਤਾਂ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਭੂਤਾਂ ਨੂੰ, ਪੱਥਰਾਂ ਨੂੰ, ਹਰ ਇੱਕ ਵਸਤੂ ਨੂੰ ਹੀ ਤਾਰਨ ਆਏ ਹਨ ਤੇ ਤਾਰ ਰਹੇ ਹਨ ਬਾਣੀ ਦੇ ਰੂਪ ਵਿੱਚ। ਸੋ ਦੱਸਦੇ, ਜਦੋਂ ਉਹ ਪ੍ਰੇਤ ਸਤਿਗੁਰਾਂ ਦੇ ਚਰਨੀ ਢਹਿ ਪਿਆ, ਸਤਿਗੁਰੂ ਪੁੱਛਦੇ, ਭਾਈ ਕੀ ਕਾਰਨ ਹੈ, ਤੂੰ ਕੌਣ ਹੈ? ਕਹਿਣ ਲੱਗਾ, ਮਹਾਰਾਜ ਮੈਂ ਇਸ ਹਵੇਲੀ ਦਾ ਮਾਲਕ ਹਾਂ। ਕਹਿਣ ਲੱਗੇ, ਅੱਛਾ ਫਿਰ ਭਾਈ ਤੂੰ ਪ੍ਰੇਤ ਦੀ ਜੂਨੀ ਕਿਵੇਂ ਪਿਆ ਹੈ? ਕਹਿਣ ਲੱਗਾ, ਮਹਾਰਾਜ ਸਾਰੀ ਘਟਨਾ ਆਪ ਜੀ ਨਾਲ ਸਾਂਝ ਪਾਵਾਂਗਾ, ਮੇਰੀ ਮੁਕਤੀ ਕਰੋ, ਮੇਰੀ ਗਤੀ ਕਰੋ, ਮੇਰੀ ਕਲਿਆਣ ਕਰੋ, ਆਪ ਜੀ ਆਏ ਹੋ। ਸਾਧ ਸੰਗਤ ਜੀ, ਸਤਿਗੁਰੂ ਨੂੰ ਕੌਣ ਕੈਦ ਕਰ ਸਕਦਾ ਹੈ? ਤੇ ਕੌਣ ਸਤਿਗੁਰੂ ਜੀ ਦਾ ਸੀਸ ਜਿਹੜਾ ਬਲੀਦਾਨ ਲੈ ਸਕਦਾ ਹੈ? ਇਹ ਸਾਰੀ ਸਤਿਗੁਰਾਂ ਦੀ ਖੇਡ ਹੈ। ਜਦੋਂ ਕਲਗੀਧਰ ਪਾਤਸ਼ਾਹ ਨੂੰ ਭੀਖਨ ਸ਼ਾਹ ਫਕੀਰ ਨੇ ਪੁੱਛਿਆ ਸੀ, ਮਹਾਰਾਜ ਆਪ ਜੀ ਇੱਥੇ ਖੇਡ ਰਹੇ ਹੋ ਖਿੱਦੋ ਖੂੰਡੀ, ਬੱਚਿਆਂ ਨਾਲ ਖੇਡਾਂ ਖੇਡ ਰਹੇ ਹੋ, ਉੱਧਰ ਆਪ ਜੀ ਦੇ ਪਿਤਾ ਜੀ ਗ੍ਰਿਫਤਾਰ ਹਨ ਦਿੱਲੀ ਵਿੱਚ, ਇਹ ਕੀ ਖੇਡਾਂ ਹਨ? ਸਤਿਗੁਰੂ ਅਸੀਂ ਨਹੀਂ ਸਮਝ ਸਕਦੇ, ਕਲਯੁਗੀ ਜੀਵ ਆਪ ਜੀ ਸਮਝਾਓ। ਸਤਿਗੁਰਾਂ ਕਿਹਾ ਸੀ, ਭੀਖਨ ਸ਼ਾਹ ਇਹ ਜੋ ਸਤਿਗੁਰੂ ਨਾਵੇਂ ਪਾਤਸ਼ਾਹ ਸਾਡੇ ਪਿਤਾ ਜੀ ਬਲੀਦਾਨ ਦੇਣ ਗਏ ਹਨ, ਇਹ ਪਹਿਲੀ ਪਾਤਸ਼ਾਹੀ ਨੇ ਔਰੰਗੇ ਦੇ ਵੱਡ ਵਡੇਰਿਆਂ ਨੂੰ ਇਹ ਰਾਜ ਦਿੱਤਾ ਸੀ। ਕੁਝ ਵਾਅਦੇ ਕਰਾ ਕੇ ਰਾਜ ਉਹਨਾਂ ਨੇ ਲੈ ਲਿਆ ਉਸ ਵਕਤ। ਤੇ ਜਦੋਂ ਫਿਰ ਸਤਿਗੁਰਾਂ ਇਹ ਵੀ ਕਿਹਾ ਸੀ, ਭਾਈ ਰਾਜ ਦਿੰਨੇ ਹਾਂ, ਜਦੋਂ ਕੋਈ ਗਲਤੀਆਂ ਕਰੋਗੇ, ਸਾਡੇ ਨਾਲ ਮੱਥਾ ਲਾਓਗੇ, ਅਸੀਂ ਆਪਣੇ ਸੀਸ ਦਾ ਬਲੀਦਾਨ ਦੇ ਕਰਕੇ ਇਹ ਰਾਜ ਤੁਹਾਡੇ ਪਾਸੋਂ ਖੋਹ ਲਵਾਂਗੇ। ਤੇ ਸਤਿਗੁਰਾਂ ਇਸੇ ਤਰ੍ਹਾਂ ਹੀ ਕੀਤਾ, ਆਪਾਂ ਜਾਣਦੇ ਹਾਂ।
ਸਤਿਗੁਰਾਂ ਨੌਵੇਂ ਪਾਤਸ਼ਾਹ ਨੇ ਜਦੋਂ ਬਲੀਦਾਨ ਦਿੱਤਾ ਤੇ ਉਹਨਾਂ ਦੇ ਰਾਜ ਦੀ ਜੜ ਪੁੱਟੀ ਗਈ। ਸੋ ਰਹੋ ਵਿਚਾਰ, ਜਦੋਂ ਸਤਿਗੁਰੂ ਜੀ ਦੇ ਪਾਸ ਉਹ ਪ੍ਰੇਤ ਆਇਆ, ਉਹਨੇ ਚਰਨੀ ਮੱਥਾ ਟੇਕਿਆ ਤੇ ਉਹ ਦੱਸਦਾ ਹੈ, ਮਹਾਰਾਜ ਮੇਰੀ ਗਤ ਕਲਿਆਣ ਕਰੋ। ਮਹਾਰਾਜ ਕਹਿੰਦੇ ਕੀ ਕਾਰਨ ਬਣਿਆ, ਤੂੰ ਭੂਤ ਪ੍ਰੇਤ ਕਿਉਂ ਬਣਿਆ? ਦੱਸਦੇ ਕਿ ਜਿਹੜੇ ਭੂਤ ਪ੍ਰੇਤ ਹੁੰਦੇ ਇਹ ਅਪਵਿੱਤਰ ਹੁੰਦੇ, ਪਵਿੱਤਰ ਨਹੀਂ ਹੁੰਦੇ, ਕਿਉਂਕਿ ਪਾਣੀ ਤੋਂ ਬਹੁਤ ਡਰਦੇ ਆ ਤੇ ਪਾਣੀ ਨਾਲ ਹੀ ਹੱਥ ਸਾਫ਼ ਹੋਣੇ, ਪਾਣੀ ਨਾਲ ਹੀ ਇਸ਼ਨਾਨ ਹੋਣਾ ਇਤਿਆਦਿਕ ਇਹ ਗੰਦੇ ਮੈਲੇ ਕੁਚੀਲੇ ਰਹਿੰਦੇ ਤੇ ਗੰਧ ਆਦਿਕ ਹੀ ਸੁਣਿਆ ਹੈ ਕਿ ਖਾਂਦੇ ਹਨ। ਸੋ ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਇਹਨਾਂ ਦਾ ਜੋ ਮੁੱਖ ਹੁੰਦਾ, ਮੂੰਹ ਹੁੰਦਾ, ਉਹ ਸੂਏ ਦੇ ਨੱਕੇ ਜਿੰਨਾ ਹੁੰਦਾ। ਗਿਆਨੀ ਵਿਦਵਾਨ ਸਾਹਿਬਾਨ ਦੱਸਦੇ ਹੁੰਦੇ ਆ ਕਿ ਇਸ ਦੀ ਭੁੱਖ ਜਿਹੜੀ ਹੁੰਦੀ ਉਹ 1.25 ਮਣ ਦੀ ਹੁੰਦੀ। ਸੋ ਇਸ ਕਰਕੇ ਇਹ ਰੱਜਦਾ ਨਹੀਂ, ਸਾਰੀ ਦਿਹਾੜੀ ਸਾਰੀ ਰਾਤ ਲੱਗਾ ਰਹਿੰਦਾ ਖਾਣ ਲਈ। ਹੁਣ ਸੂਈ ਦੇ ਨੱਕੇ ਜਿੰਨਾ ਮੂੰਹ ਹੈ, ਕਿਤਨਾ ਕੁ ਖਾ ਲਵੇਗਾ, ਪਰ ਭੁੱਖ 1.25 ਮਣ ਦੀ ਹੈ। ਸਾਧ ਸੰਗਤ ਜੀ ਰਹੋ ਵਿਚਾਰ, ਜਦੋਂ ਇਹ ਪ੍ਰੇਤ ਆਇਆ ਸਤਿਗੁਰਾਂ ਪਾਸ, ਕਹਿੰਦਾ ਮੁਕਤੀ ਕਰਾਓ ਮੇਰੀ ਕਲਿਆਣ। ਸੋ ਦੱਸਦੇ ਇਤਿਹਾਸ ਵਿੱਚ ਵੀ ਜ਼ਿਕਰ ਆਇਆ ਕਿ ਇਸ ਨੇ ਕੁਝ ਫਲ ਫਰੂਟ ਸਤਿਗੁਰਾਂ ਵਾਸਤੇ ਲਿਆਂਦੇ। ਉੱਡ ਕੇ ਗਿਆ ਹੈ ਕਿ ਕੋਈ ਪ੍ਰੇਤ ਦੀ ਜੂਨੀ ਹੈ, ਕਿਸੇ ਬਾਗ 'ਚੋਂ ਫਲ ਲਿਆਇਆ, ਕਿਉਂਕਿ ਫਲ ਜਿਹੜੇ ਇਹ ਸੁੱਚੇ ਗਿਣੇ ਗਏ ਹਨ। ਸਤਿਗੁਰਾਂ ਕਿਹਾ ਸੀ, ਭਾਈ ਜੇ ਤੂੰ ਸੇਵਾ ਕਰਨੀ ਚਾਹੁੰਦਾ, ਕੋਈ ਸੁੱਕੇ ਮੇਵੇ ਕੋਈ ਫਲ ਫਰੂਟ ਲੈ ਆ। ਸੋ ਜਦੋਂ ਇਹ ਲਿਆਇਆ, ਦੱਸਦੇ ਸਤਿਗੁਰਾਂ ਨੇ ਉਹ ਮੇਵੇ ਸੁੱਕੇ ਛਕੇ, ਫਲ ਫਰੂਟ ਛਕੇ। ਦੱਸਦੇ ਸਤਿਗੁਰਾਂ ਗੰਨੇ ਵੀ ਚੂਪੇ ਉਸ ਹਵੇਲੀ ਵਿੱਚ। ਜਦੋਂ ਸਤਿਗੁਰਾਂ ਨੇ ਗੰਨਾ ਚੂਪਿਆ ਤਾਂ ਸਤਿਗੁਰੂ ਕਹਿੰਦੇ, ਭਾਈ ਆ ਜਿਹੜੀਆਂ ਛਿੱਲਾਂ ਅਸੀਂ ਨੀਚੇ ਥੱਲੇ ਸੁੱਟ ਰਹੇ ਭੋਏ, ਤੇ ਇਹ ਤੂੰ ਸਾਡਾ ਸੀਤ ਪ੍ਰਸ਼ਾਦ ਸਮਝ ਕੇ ਇਹਨਾਂ ਨੂੰ ਚੂਪ ਲੈ। ਦੱਸਦੇ ਜਿਉਂ-ਜਿਉਂ ਉਹ ਛਿੱਲਾਂ ਨੂੰ ਸਤਿਗੁਰੂ ਜੀ ਦਾ ਸੀਤ ਪ੍ਰਸ਼ਾਦ ਸਮਝ ਕੇ ਛਕਦਾ ਹੈ, ਚੂਸਦਾ ਹੈ, ਤੇ ਉਹਦੀ ਗਤ ਕਲਿਆਣ ਹੋਈ ਜਾ ਰਹੀ। ਜਦੋਂ ਫਿਰ ਉਹਦੀ ਮੁਕਤੀ ਗਤ ਕਲਿਆਣ ਹੋ ਗਈ, ਉਹਦੀ ਰੂਹ ਸਤਿਗੁਰਾਂ ਦੇ ਸਾਹਮਣੇ ਆ ਕੇ ਖੜੀ ਹੋਈ। ਸਤਿਗੁਰੂ ਜੀ ਆਪ ਜੀ ਦਾ ਕੋਟਨ ਕੋਟਾਂ ਧੰਨਵਾਦ। ਅਸੀਂ ਧੰਨਵਾਦ ਕਰ ਨਹੀਂ ਸਕਦੇ ਸਤਿਗੁਰਾਂ ਦਾ, ਪਰ ਫਿਰ ਵੀ ਇਸ ਨਾਚੀਜ਼ ਜੀਭਾ ਤੋਂ ਅਸੀਂ ਸਤਿਗੁਰਾਂ ਨੂੰ ਬਚਨ ਤਾਂ ਕਹਿ ਸਕਦੇ ਹਾਂ। ਸਤਿਗੁਰੂ ਆਪ ਜੀ ਦੀ ਕਿਰਪਾ ਹੈ ਹੀ ਸਤਿਗੁਰੂ ਦੀ ਕਿਰਪਾ, ਹੈ ਹੀ ਸਤਿਗੁਰੂ ਦਾ ਧੰਨਵਾਦ, ਸਾਰਾ ਕੁਝ ਹੈ ਹੀ ਉਸ ਦਾ। ਸੋ ਰਹੋ ਵਿਚਾਰ, ਜਦੋਂ ਇਹਨੇ ਆਪਣੀ ਫਿਰ ਵਿਥਿਆ ਦੱਸੀ, ਸਤਿਗੁਰੂ ਕਹਿੰਦੇ, ਭਾਈ ਇਹ ਤਾਂ ਦੱਸ ਤੈਨੂੰ ਪ੍ਰੇਤ ਜੂਨੀ ਮਿਲੀ ਕਿਵੇਂ ਸੀ? ਸਤਿਗੁਰੂ ਨੂੰ ਦੱਸ ਰਿਹਾ, ਮਹਾਰਾਜ ਇਹ ਜੋ ਹਵੇਲੀ ਵਿੱਚ ਮੈਂ ਇਸ ਟਾਈਮ ਪ੍ਰੇਤ ਬਣਿਆ ਸੀ, ਜਿਸ ਹਵੇਲੀ ਵਿੱਚ ਆਪ ਜੀ ਕੈਦ ਹੋ, ਇਹ ਹਵੇਲੀ ਮੇਰੀ ਨਹੀਂ ਸੀ। ਕੁਝ ਪੰਚਾਇਤਾਂ ਨੂੰ ਸਰਕਾਰੀ ਦਰਬਾਰੇ ਮੇਰੀ ਚੱਲਦੀ ਹੋਣ ਕਰਕੇ ਮੈਂ ਸਿਫਾਰਸ਼ਾਂ ਪਵਾ ਕੇ ਇਹ ਝੂਠਾ ਇਸ ਹਵੇਲੀ ਨੂੰ, ਕਿਸੇ ਦੀ ਹਵੇਲੀ ਨੂੰ ਆਪਣੀ ਬਣਾਉਣਾ ਕੀਤਾ, ਲਾਲਚ ਕੀਤਾ। ਇਸ ਮਾਇਆ ਮੋਹਣੀ ਦੇ ਮਗਰ ਲੱਗ ਕੇ ਮੈਂ ਜਦੋਂ ਪਰੇ ਪੰਚਾਇਤਾਂ ਵਿੱਚ ਚੌਧਰੀ ਸਿਕਦਾਰ ਕਹਿਣ ਲੱਗੇ, ਭਾਈ ਤੂੰ ਸਹੁੰ ਖਾ ਲੈ, ਫਿਰ ਸਤਿਗੁਰੂ ਜੀ ਮੈਂ ਰੱਬ ਦੀ, ਵਾਹਿਗੁਰੂ ਦੀ, ਅੱਲਾ ਦੀ ਝੂਠੀ ਸਹੁੰ ਖਾ ਲਈ। ਜਦੋਂ ਮੈਂ ਸਹੁੰ ਖਾਧੀ ਕਿ ਇਹ ਹਵੇਲੀ ਮੇਰੀ ਹੀ ਹੈ, ਤੇ ਮੈਨੂੰ ਇਹ ਫਿਰ ਜੋ ਕਰਮਾਂ ਦਾ ਫਲ ਉਹ ਇਹ ਮਿਲਿਆ ਕਿ ਪ੍ਰੇਤ ਦੀ ਜੂਨੀ ਮਿਲੀ। ਪਰਮਾਤਮਾ ਦੇ ਘਰੇ ਨਿਆਂ ਹੈ। ਬੰਦਾ ਬੰਦੇ ਨਾਲ ਧੋਖਾ ਕਰਕੇ ਇੱਥੋਂ ਦੁਨਿਆਵੀ ਜੇਲ੍ਹਾਂ ਤੋਂ ਛੁੱਟ ਸਕਦਾ ਹੈ, ਕੋਈ 5 ਸਾਲ, ਕੋਈ 10 ਸਾਲ, ਕੋਈ 20 ਸਾਲ, ਪਰ ਉਸ ਪਰਮਾਤਮਾ ਦੀ ਜੋ ਦੇਹਾਂ ਦੇ ਵਿੱਚ ਉਹ ਜੇਲ੍ਹ ਪਾਉਂਦਾ, ਇਹ ਜੇਲ੍ਹ ਹੀ ਹੈ ਜੋ ਟੇਢੀਆਂ ਮੇਢੀਆਂ ਜੂਨਾਂ ਵਿੱਚ, ਪ੍ਰੇਤ ਦੀ ਜੂਨ ਵਿੱਚ ਆਤਮਾ ਨੂੰ ਪਾਤਾ, ਇਹ ਜੇਲ੍ਹ ਹੈ। ਇਸ ਵਿੱਚੋਂ ਆਪਣੀ ਮਰਜ਼ੀ ਨਾਲ ਛੁੱਟਿਆ ਨਹੀਂ ਜਾਣਾ। ਮਾਰੇ ਕਹਿੰਦੇ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਸੋ ਪਾਤਸ਼ਾਹ ਕਹਿੰਦੇ, ਭਾਈ ਤੂੰ ਤਾਂ ਬਹੁਤ ਮਾੜਾ ਕੀਤਾ ਜਿਹੜੀ ਝੂਠੀ ਸਹੁੰ ਖਾਧੀ। ਮਾਰੇ ਕਹਿੰਦੇ, ਸਹੁੰ ਤਾਂ ਸੱਚੀ ਵੀ ਨਹੀਂ ਖਾਣੀ ਚਾਹੀਦੀ। ਸੋ ਸਤਿਗੁਰੂ ਸਾਨੂੰ ਇਸ ਦੀ ਉਦਾਹਰਨਾਂ ਦਿੰਦੇ ਆ। ਪਿਛਲੇ ਦਿਨਾਂ ਵਿੱਚ ਕੁਝ ਆਪਾਂ ਵਿਚਾਰਾਂ ਕੀਤੀਆਂ ਸੀ ਕਿ ਜਿਹੜੀ ਸਹੁੰ ਆ ਉਸ ਬਾਰੇ ਵੀ ਆਪਾਂ ਆਪ ਜੀ ਨਾਲ ਸਾਂਝ ਪਾਵਾਂਗੇ ਕਿ ਸਹੁੰ ਦੀ ਆਪਾਂ ਨੂੰ ਕਦੇ ਵੀ ਕਿਸੇ ਨੂੰ ਯਕੀਨ ਦਿਵਾਉਣ ਵਾਸਤੇ, ਕਿਸੇ ਨੂੰ ਯਕੀਨ ਆਵੇ ਜਾਂ ਨਾ ਆਵੇ, ਤੁਸੀਂ ਜੇ ਸੱਚੇ ਆ ਤੇ ਆਪਣੀ ਜਗ੍ਹਾ 'ਤੇ ਸੱਚੇ ਰਹੋ। ਤੁਸੀਂ ਕਿਉਂ ਕਿਸੇ ਨੂੰ
ਯਕੀਨ ਦਿਵਾਉਣ ਵਾਸਤੇ ਸੱਚੀ ਸਹੁੰ ਵੀ ਨਹੀਂ ਖਾਣੀ। ਸਤਿਗੁਰੂ ਇੱਥੋਂ ਤੱਕ ਹਦਾਇਤ ਕਰਦੇ, ਸੱਚੀ ਸਹੁੰ ਵੀ ਨਹੀਂ ਖਾਣੀ। ਝੂਠੀ ਤਾਂ ਬਹੁਤ ਦੂਰ ਦੀ ਗੱਲ ਹੈ। ਝੂਠੀ ਸਹੁੰ ਦਾ ਬਹੁਤ ਵੱਡਾ ਪਾਪ ਲੱਗਦਾ ਹੈ। ਆਪ ਜੀ ਸਰਵਣ ਕਰਕੇ ਹਟੇ ਹੋ ਕਿ ਉਸ ਨੂੰ ਫਿਰ ਹਵੇਲੀ ਤਾਂ ਮਿਲ ਗਈ, ਪਰ ਪ੍ਰੇਤ ਦੀ ਜੂਨ ਵੀ ਨਾਲ ਹੀ ਮਿਲ ਗਈ। ਜੋ ਪ੍ਰੇਤ ਬਣ ਕੇ ਫਿਰ ਉਸ ਹਵੇਲੀ ਵਿੱਚ ਹੀ ਉਹ ਰਹਿ ਰਿਹਾ ਸੀ, ਸਤਿਗੁਰਾਂ ਉਸ ਦਾ ਉਧਾਰ ਕੀਤਾ। ਵੇਖੋ ਸਤਿਗੁਰੂ ਕਿੱਥੇ ਕਿੱਥੇ ਕਿਹਦਾ ਕਿਹਦਾ ਉਧਾਰ ਕਰਨ ਗਏ, ਕਿਉਂਕਿ ਸਤਿਗੁਰੂ ਦੇ ਇਹ ਬਹਾਨੇ ਹਨ, ਇਹ ਵਿਧਾ ਹਨ। ਸਤਿਗੁਰੂ ਕਿਸੇ ਵੀ ਬਿਹਤਰ ਤਰੀਕੇ ਨਾਲ ਉਤਾਰ ਸਕਦੇ ਜੀਵਾਂ ਨੂੰ। ਇਹ ਸਤਿਗੁਰੂ ਦੀ ਮੌਜ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਇਤਿਹਾਸ ਵਿੱਚੋਂ ਕੁਝ ਸਾਂਝਾਂ ਵਿਚਾਰਾਂ ਪਾਉਂਦਿਆਂ, ਇਲਾਹੀ ਬਾਤਾਂ ਪਾਉਂਦਿਆਂ, ਏਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਰਹਿ ਜਾਂਦੀਆਂ। ਸੋ ਆਪ ਜੀ ਔਰ ਸਾਧ ਸੰਗਤ ਜੀ, ਸਤਿਗੁਰੂ ਜੀ ਬਖਸ਼ਣਹਾਰ ਪਿਤਾ ਹਨ। ਬਖਸ਼ ਲੈਣ, ਅੱਗੇ ਤੋਂ ਸਮੱਤ ਬਖਸ਼ਣਾ, ਅਸੀਸ ਬਖਸ਼ਣਾ। ਆਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।